हाँ जी प्यारिओ, वाहिगुरू जी का खालसा, वाहिगुरू जी की फतेह। ਅੱਜ ਆਪਾਂ ਕੁਝ ਰੋਜ਼ਾਨਾ ਜ਼ਿੰਦਗੀ ਦੇ ਅੰਦਰ ਜੋ ਸਮਾਜਿਕ ਤੇ ਧਾਰਮਿਕ ਉਲਝਾਅ ਬਣਿਆ ਹੋਇਆ ਹੈ ਉਹਦੇ ਬਾਬਤ ਗੱਲਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਨੇ। ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਕਿ ਹਰ ਕਿਤੇ ਇੱਕ ਕਨਫਿਊਜ਼ਨ ਜੀ ਹੈ ਜਿਹੜੀ ਉਹ ਕ੍ਰੀਏਟ ਹੋਈ ਵੀ ਹੈ ਕਿ ਬੰਦਾ ਚਾਹੁੰਦਾ ਕੀ ਸੱਚ ਹੈ ਤੇ ਕੀ ਝੂਠ ਹੈ। ਸੱਚ ਤੇ ਝੂਠ ਦਾ ਜਿਹੜਾ ਨਿਤਾਰਾ ਹੈ ਉਹ ਕਰਨ ਦੇ ਵਿੱਚ ਬਹੁਤ ਮੁਸ਼ਕਿਲ ਹੈ ਜਿਹੜੀ ਉਹ ਪੇਸ਼ ਆ ਰਹੀ ਹੈ। ਜਿਹੜੇ ਆਮ ਲੋਕ ਨੇ, ਆਮ ਸੰਗਤ ਹੈ, ਤਾਂ ਉਸ ਵਿਸ਼ੇ ਦੇ ਉੱਪਰ ਆਪਾਂ ਅੱਜ ਗੱਲਾਂ ਸਾਂਝੀਆਂ ਕਰਨੀਆਂ ਨੇ ਵੀ ਇਹ ਕਨਫਿਊਜ਼ਨ ਸਾਡੇ ਮਾਈਂਡ ਦੇ ਵਿੱਚ ਕਿਉਂ ਆ ਰਹੀ ਹੈ, ਕਿਉਂ ਅਸੀਂ ਉਲਝੇ ਹੋਏ ਹਾਂ ਧਾਰਮਿਕ ਢਾਂਚੇ ਦੇ ਵਿੱਚ, ਜਾਂ ਸਮਾਜਿਕ ਤੌਰ 'ਤੇ ਅਸੀਂ ਇਸ ਨੂੰ ਉਲਝਾਅ ਦਾ ਇੱਕ ਨਜ਼ਰੀਏ ਦੇ ਨਾਲ ਹੀ ਕਿਉਂ ਦੇਖ ਰਹੇ ਹਾਂ। ਸੋ ਜੇਕਰ ਸਾਡੀ ਸੋਚ ਸਪਸ਼ਟ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਅਸੀਂ ਦੇਖਣਾ ਹੈ ਆਪਣੇ ਆਪ ਦੇ ਨਾਲ ਗੱਲ ਕਰਕੇ ਕਿ ਜੇਕਰ ਸਾਡੀ ਸੋਚ ਸਪਸ਼ਟ ਹੈ ਤਾਂ ਅਸੀਂ ਕਿਸੇ ਤੋਂ ਪ੍ਰਭਾਵਿਤ ਨਹੀਂ ਹੋ ਸਕਦੇ, ਕਿਉਂਕਿ ਬਹੁਤ ਲੋਕ ਸਾਨੂੰ ਪ੍ਰਭਾਵਿਤ ਕਰ ਲੈਂਦੇ ਆ। ਤੁਸੀਂ ਆਮ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਗੱਲਾਂ ਕਰੀਏ ਤਾਂ ਬਹੁਤ ਲੋਕ ਕਹਿੰਦੇ ਆ ਅਸੀਂ ਫਲਾਣੇ ਗਿਆਨੀ ਜੀ ਨੂੰ ਸੁਣਦੇ ਹਾਂ, ਅਸੀਂ ਫਲਾਣਿਆਂ ਦੇ ਵਿਚਾਰ ਸੁਣੇ, ਫਲਾਣਿਆਂ ਨੂੰ ਸੁਣੇ, ਪਰ ਸਭ ਨੂੰ ਸੁਣਨ ਤੋਂ ਬਾਅਦ ਅਸੀਂ ਐਂਡ 'ਤੇ ਨਹੀਂ ਪਹੁੰਚ ਸਕੇ ਵੀ ਕੀ ਸੱਚ ਹੈ ਅਤੇ ਕੀ ਝੂਠ ਹੈ, ਨਿਤਾਰਾ ਨਹੀਂ ਕਰ ਸਕੇ ਕਿ ਉਹ ਫਲਾਣਾ ਗਿਆਨੀ ਕੁਝ ਹੋਰ ਕਹਿੰਦਾ ਹੈ, ਫਲਾਣੇ ਕਥਾਵਾਚਕ ਨੇ ਕੁਝ ਹੋਰ ਆਖਿਆ, ਠੀਕ ਹੈ ਜੀ, ਅਤੇ ਉਹ ਫਲਾਣੇ ਧਰਮ ਦਿਆਂ ਨੂੰ ਸੁਣਿਆ ਉਹ ਕੁਝ ਹੋਰ ਆਖਦੇ ਆ। ਸੱਚ ਕੀ ਹੈ, ਸਹੀ ਕੀ ਹੈ? ਤਾਂ ਇਹਦੇ 'ਤੇ ਅਸੀਂ ਇਹ ਸਮਝਣਾ ਸਾਰਿਆਂ ਤੋਂ ਪਹਿਲਾਂ ਕਿ ਸਭ ਨੂੰ ਸੁਣਨ ਤੋਂ ਬਾਅਦ ਨਾ ਆਪਣੀ ਕਾਮਨ ਸੈਂਸ ਦੇ ਨਾਲ, ਆਪਣੀ ਸੋਚ ਦੇ ਨਾਲ ਇੱਕ ਸਪਸ਼ਟਤਾ ਦੇਖੀਏ ਆਪਣੇ ਅੰਦਰ ਕਿ ਜੋ ਵਿਚਾਰ ਮੈਂ ਸੁਣ ਰਿਹਾ, ਜੋ ਗੱਲਾਂ ਸੁਣੀਆਂ ਜਾ ਰਹੀਆਂ, ਇਹ ਜੈਨੂਅਨ ਲੈਵਲ ਦੇ ਉੱਪਰ, ਭਾਵ ਸਮਾਜਿਕ ਢਾਂਚੇ ਦੇ ਉੱਪਰ ਜੋ ਸਮਾਜ ਦੇ ਵਿੱਚ ਚੱਲ ਰਿਹਾ, ਜੋ ਪ੍ਰੈਕਟੀਕਲਿਟੀ ਸਾਡੀ ਜ਼ਿੰਦਗੀ ਹੈ ਉਹਦੇ ਬਾਬਤ ਕਿੰਨੀਆਂ ਕੁ ਖਰੀਆਂ ਉਤਰਦੀਆਂ ਨੇ। ਇਹਨਾਂ ਦੇ ਬਾਬਤ ਅਸੀਂ ਕਿੰਨਾ ਕੁ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਸਮਾਜ ਦੇ ਨਾਲ ਕਿੰਨੀਆਂ ਕੁ ਗੱਲਾਂ ਨੇ ਜਿਹੜੀਆਂ ਸਾਂਝੀਆਂ ਕਰਕੇ ਅਸੀਂ ਸਮਾਜ ਨੂੰ ਉਸਾਰੂ ਪਾਸੇ ਲਿਜਾ ਸਕਦੇ ਹਾਂ। ਸੋ ਇਹ ਸਾਨੂੰ ਦੇਖਣਾ ਪੈਣਾ, ਨਹੀਂ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਸਿਰਫ ਅਤੇ ਸਿਰਫ ਉਲਝਾਅ ਦੇ ਵਿੱਚ ਹੀ, ਕਨਫਿਊਜ਼ਨ ਦੇ ਵਿੱਚ ਹੀ ਜ਼ਿੰਦਗੀ ਹੈ ਜਿਹੜੀ ਉਹ ਜਿਉਂ ਜਾਣੀ ਹੈ, ਜੇ ਅਸੀਂ ਆਪਣੇ ਮਾਈਂਡ ਨੂੰ ਕਲੈਰਿਟੀ ਨਾ ਦੇ ਸਕੇ, ਜੇ ਅਸੀਂ ਆਪਣੇ ਸੋਚ ਨੂੰ ਸਪਸ਼ਟਤਾ ਪ੍ਰਦਾਨ ਨਾ ਕਰ ਸਕੇ। ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ। ਸੋ ਜਿੰਨੇ ਵੀ ਕਥਾਵਾਚਕ ਨੇ, ਜਿੰਨੇ ਵੀ ਢਾਡੀ ਨੇ, ਰਾਗੀ ਨੇ, ਜੋ ਕੌਮ ਦੇ ਵਿੱਚ ਪ੍ਰਚਾਰ ਕਰਦੇ ਆ, ਅਤੇ ਉਹਨਾਂ ਦੇ ਅੰਦਰ ਕਿਸੇ ਦਾ ਸੁਣਾਉਣ ਦਾ ਜੋ ਸਲੀਕਾ ਹੈ, ਜੋ ਢੰਗ ਹੈ, ਉਹ ਵੱਖਰਾ ਹੈ, ਅਤੇ ਕਿਸੇ ਦੀਆਂ ਮਨੌਤਾਂ ਵੱਖਰੀਆਂ ਨੇ, ਪ੍ਰਚਾਰ ਕਾਫੀ ਵੱਖਰਾ ਹੈ। ਕੋਈ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹ ਕੇ ਬੋਲ ਰਿਹਾ ਹੈ, ਕੋਈ ਸੂਰਜ ਪ੍ਰਕਾਸ਼ ਤੋਂ ਕਥਾ ਕਰਦਾ ਪਿਆ ਹੈ, ਕੋਈ ਦਸਮ ਗ੍ਰੰਥ ਦੇ ਵਿੱਚੋਂ ਦੱਸ ਰਿਹਾ ਹੈ। ਤਾਂ ਸਪਸ਼ਟਤਾ ਇੱਥੇ ਆਉਣੀ ਹੈ ਕਿ ਜੇਕਰ ਅਸੀਂ ਸਹੀ ਸੋਚ ਰੱਖ ਲਈਏ, ਸਾਡੀ ਸੋਚ ਦਾ ਆਧਾਰ ਕੇਵਲ ਅਤੇ ਕੇਵਲ ਸਾਡੀ ਕਾਮਨ ਸੈਂਸ ਹੋਵੇ, ਜਿਹਨੂੰ ਸਤਿਗੁਰੂ ਜੀ ਕਹਿੰਦੇ ਆ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ, ਕਿ ਜਿਹੜਾ ਵਿਚਾਰ, ਜਿਹੜਾ ਸ਼ਬਦ, ਜਿਹਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਆਖਿਆ, ਕਿਉਂਕਿ ਗੁਰਬਾਣੀ ਦੇ ਅੰਦਰ ਮੈਂ ਬਹੁਤ ਵਾਰ ਇੱਦਾਂ, ਆਪਾਂ ਕਥਾ ਦੇ ਵਿੱਚ ਵੀ ਬਹੁਤ ਵਾਰ ਇਹ ਗੱਲਾਂ ਕੀਤੀਆਂ ਨੇ ਕਿ ਗੁਰਬਾਣੀ ਦੇ ਅੰਦਰ ਜਿਹਨੂੰ ਗੁਰੂ ਆਖਿਆ ਜਾ ਰਿਹਾ ਹੈ, ਉਹ ਗੁਰੂ ਦਾ ਕਨਸੈਪਟ ਬੜਾ ਨਵੇਕਲਾ ਹੈ, ਬੜਾ ਨਿਆਰਾ ਹੈ। ਅਤੇ ਬਾਬੇ ਨਾਨਕ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ, ਤਾਂ ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਮੈਂ ਚੇਲਾ, ਮੇਰੀ ਸੁਰਤ ਚੇਲਾ। ਗੁਰੂ ਕੌਣ ਹੈ? ਸ਼ਬਦ ਹੈ। ਸ਼ਬਦ ਭਾਵ ਵਿਚਾਰ ਹੈ, ਗਿਆਨ ਹੈ, ਅਕਲ ਹੈ, ਸਮਝ ਹੈ, ਜੋ ਮੈਂ ਕਾਮਨ ਸੈਂਸ ਦੇ ਨਾਲ ਉਸਾਰੂ ਸਮਾਜ ਨੂੰ ਅੱਗੇ ਵਧਾਉਣ ਦੇ ਲਈ, ਸਮਾਜ ਨੂੰ ਵਿਕਸਿਤ ਕਰਨ ਦੇ ਲਈ ਜੋ ਮੈਂ ਇਕੱਠਾ ਕਰ ਰਿਹਾ, ਉਹ ਮੇਰਾ ਗੁਰੂ ਹੈ। ਮੇਰਾ ਗੁਰੂ ਕੋਈ ਵਿਅਕਤੀ ਨਹੀਂ, ਕੋਈ ਦੇਹ ਨਹੀਂ। ਅਤੇ ਇਹ ਨਵੇਕਲਾ ਜਿਹਾ ਟੌਪਿਕ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਿੱਤਾ ਹੈ। ਜੇ ਇਸ ਢੰਗ 'ਤੇ ਜਾ ਕੇ ਅਸੀਂ ਸੋਚੀਏ ਨਾ ਸਪਸ਼ਟਤਾ ਦੇ ਨਾਲ, ਤਾਂ ਇੱਥੇ ਆਉਣਾ ਪੈਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਸਾਨੂੰ ਸਾਰੇ ਗ੍ਰੰਥ ਰੱਦ ਕਰਕੇ ਫਿਰ ਅੱਗੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੇ ਧਾਰਨੀ ਹੋ ਕੇ ਕੌਮ ਨੂੰ ਸਹੀ ਦਿਸ਼ਾ ਨਿਰਦੇਸ਼ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਅਤੇ ਨਹੀਂ ਤਾਂ ਹੋ ਇਹੀ ਰਿਹਾ ਕਿ ਅਲੱਗ-ਅਲੱਗ ਢਾਡੀ ਰਾਗੀ ਪ੍ਰਚਾਰਕ ਨੇ ਜਿਹੜੇ ਆਪਣੀ
ਗੱਲ ਕਰ ਰਹੇ ਨੇ, ਆਪਣੇ ਆਪਣੇ ਤਜਰਬੇ ਦੇ ਨਾਲ, ਆਪਣੀ ਆਪਣੀ ਸਿੱਖਿਆ ਦੇ ਨਾਲ ਗੱਲ ਕਰ ਰਹੇ ਨੇ, ਤੇ ਜਿਹੜੀ ਆਮ ਸੰਗਤ ਹੈ, ਆਮ ਲੋਕ ਨੇ, ਉਹ ਬੜੇ ਕਨਫਿਊਜ਼ ਨੇ, ਬੜੇ ਉਲਝਾਅ ਦੇ ਵਿੱਚ ਨੇ। ਸੋ ਇਸ ਕਰਕੇ ਸਾਨੂੰ ਇਹ ਮੰਨਣਾ ਪੈਣਾ ਹੈ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕੇਵਲ ਸਿੱਖੀ ਦੀ ਗੱਲ ਹੈ, ਜੋ ਸਿੱਖੀਜ਼ਮ ਦੀ ਬੇਸਿਕ ਹੈ। ਜਿਵੇਂ ਅਸੀਂ ਸਕੂਲ ਦੇ ਵਿੱਚੋਂ ਕਾਫੀ ਕੁਝ ਸਿੱਖਦੇ ਹਾਂ, ਤੇ ਬੱਚਾ ਵੱਡਾ ਹੋ ਕੇ ਕਾਲਜ ਵੀ ਪੜ੍ਹਦਾ ਹੈ, ਹੋਰ ਵੀ ਜਿਹੜੀਆਂ ਬੇਸਿਕ ਸਕਿੱਲਸ ਨੇ ਉਹ ਇੰਪਰੂਵ ਹੁੰਦੀਆਂ ਨੇ, ਪਰ ਉਹ ਕਦੇ ਵੀ ਆਪਣੇ ਸਕੂਲ ਨੂੰ ਨਹੀਂ ਭੁੱਲਦਾ ਜਿੱਥੋਂ ਤੁਰਿਆ ਸੀ, ਜਿੱਥੋਂ ਚੱਲਿਆ ਸੀ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਸਾਡੇ ਲਈ ਬੇਸ ਹੈ, ਸਾਡੇ ਲਈ ਇੱਕ ਆਧਾਰ ਹੈ। ਉਸ ਨੂੰ ਆਧਾਰ ਬਣਾ ਕੇ ਅਸੀਂ ਅੱਗੇ ਜੋ ਗਿਆਨ ਦੇ ਰਸਤੇ 'ਤੇ ਅਸੀਂ ਜਾਣਾ ਹੈ, ਗੁਰੂ ਦੇ ਰਾਹ ਦੇ ਉੱਪਰ ਚੱਲਣਾ ਹੈ, ਤਾਂ ਫਿਰ ਅਸੀਂ ਸਪਸ਼ਟਤਾ ਦੇ ਨਾਲ ਅੱਗੇ ਵੱਧ ਸਕਦੇ ਹਾਂ। ਸੋ ਇਹ ਪਹਿਲੇ ਨੰਬਰ 'ਤੇ ਸਾਨੂੰ ਸਮਝਣਾ ਪੈਣਾ ਹੈ। ਅਤੇ ਦੂਜਾ, ਸਾਡਾ ਜਿਹੜਾ ਐਟੀਟਿਊਡ ਹੈ, ਸਾਡਾ ਸੁਭਾਅ ਹੈ, ਉਹਦੇ ਅੰਦਰ ਸਿੱਖਣ ਦਾ ਮਾਦਾ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਨਹੀਂ ਤਾਂ, ਮਾਫ਼ ਕਰਿਓ, ਬਹੁਤੇ ਇੱਦਾਂ ਹੀ ਸੁਣ ਰਹੇ ਨੇ ਸਾਰੇ ਪ੍ਰਚਾਰਕਾਂ ਨੂੰ, ਕਥਾਵਾਚਕਾਂ ਨੂੰ, ਕਿ ਇੱਕ ਸਵਾਦ ਲੈਣ ਦੇ ਨਜ਼ਰੀਏ ਨਾਲ ਬਸ ਵੀ ਫਲਾਣਾ ਕੀ ਕਹਿੰਦਾ, ਫਲਾਣਾ ਕੀ ਆਖਦਾ। ਇਹੋ ਕਹਾਵਤਾਂ ਨੇ ਪਿੰਡਾਂ ਦੇ ਅੰਦਰ, ਜਾਂ ਜੋ ਵੀ ਸੋਸ਼ਲ ਮੀਡੀਆ 'ਤੇ ਵੀ ਸੁਣਿਆ ਜਾ ਰਿਹਾ, ਸਿਰਫ ਇੱਕ ਰਸ ਲਈ, ਸਿਰਫ ਇੱਕ ਚਸਕਿਆਂ ਦੇ ਲਈ ਸੁਣਿਆ ਜਾ ਰਿਹਾ। ਗੱਲਾਂ ਬਾਤਾਂ ਇਹੀ ਹੁੰਦੀਆਂ। ਅਤੇ ਜੇਕਰ ਅਸੀਂ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਦੇ ਉੱਪਰ ਚੱਲਦੇ ਹੋਏ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਾਨਤਾ ਦੇ ਕੇ ਅੱਗੇ ਦੀ ਗੱਲ ਕਰਦੇ ਹਾਂ, ਤਾਂ ਮੋਦੀ ਦਾ ਜਵਾਬ ਦੇ ਸਕਦੇ ਹਾਂ ਅਸੀਂ। ਜੋ ਇਕਬਾਲ ਸਿੰਘ ਪਟਨੇ ਵਾਲੇ ਨੇ, ਆਪਾਂ ਦੇਖੀਏ ਹੀ ਨਾ, ਜਦੋਂ ਅਯੋਧਿਆ ਦੇ ਵਿੱਚ ਭੂਮੀ ਪੂਜਨ ਹੋਇਆ, ਤਾਂ ਉੱਥੇ ਇਕਬਾਲ ਸਿੰਘ ਪਟਨੇ ਵਾਲਾ ਜੋ ਸਿੱਧੇ ਤੌਰ 'ਤੇ ਕਹਿ ਰਿਹਾ ਕਿ ਅਸੀਂ ਲਵ ਕੁਸ਼ ਦੀ ਔਲਾਦ ਹਾਂ, ਲਵ ਕੁਸ਼ ਦੇ ਬੰਸਜ ਨੇ ਗੁਰੂ ਗੋਬਿੰਦ ਸਿੰਘ ਜੀ। ਅਤੇ ਸਾਡਾ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਵੀ ਜਿਹੜੀ ਰਮਾਇਣ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲਿਖੀ ਹੈ, ਗੋਬਿੰਦ ਰਮਾਇਣ। ਅਤੇ ਅਸੀਂ ਦੇਖਦੇ ਹੀ ਅੱਜ ਦਸਮ ਗ੍ਰੰਥ ਦੇ ਅੰਦਰ ਰਾਮ ਅਵਤਾਰ, ਕ੍ਰਿਸ਼ਨ ਅਵਤਾਰ, 24 ਅਵਤਾਰ ਦਾ ਜ਼ਿਕਰ ਹੈ। ਸੋ ਜੇ ਅਸੀਂ ਉਹਨਾਂ ਸਾਰਿਆਂ ਨੂੰ ਰੱਦ ਕਰਕੇ ਇੱਕ ਬਾਣੀ ਦੀ ਗੱਲ ਕਰਦੇ ਹਾਂ, ਇੱਕ ਸ਼ਬਦ ਦੀ ਗੱਲ ਕਰਦੇ ਹਾਂ, ਇੱਕ ਗਿਆਨ ਦੀ ਗੱਲ ਕਰਦੇ ਹਾਂ, ਤਾਂ ਇਹ ਟੌਪਿਕ ਕਾਫੀ ਜਿਹੜੇ ਕਲੀਅਰ ਹੋ ਜਾਂਦੇ ਹੈ। ਸੋ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਝੂਠੇ ਨਹੀਂ ਕਹਿ ਸਕਦੇ, ਨਾ ਕੌਮ ਦੇ ਜਥੇਦਾਰਾਂ ਨੂੰ ਜੋ ਸਾਡੇ ਅੱਜ ਆਗੂ ਬਣੇ ਹੋਏ ਹੈ, ਅਤੇ ਨਾ ਕਿਸੇ ਲੀਡਰਸ਼ਿਪ ਨੂੰ ਅਸੀਂ ਝੂਠੇ ਨਹੀਂ ਕਹਿ ਸਕਦੇ ਜਦੋਂ ਤੱਕ ਉਹ ਸਬੂਤ ਸਾਡੇ ਕੋਲ ਪਏ ਨੇ। ਉੱਥੇ ਸਗਲ ਦੁਆਰ ਕੋ ਸਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜਸ ਗੋਬਿੰਦ ਦਾਸ ਤੁਹਾਰ ਦਾ ਜਿਹੜਾ ਉਹ ਦੋਹਰਾ ਆਉਂਦਾ। ਤਾਂ ਜਦੋਂ ਅਸੀਂ ਉਸ ਗ੍ਰੰਥ ਦੇ ਅੰਦਰ ਉਹਦਾ ਬੇਸ ਦੇਖਦੇ ਹਾਂ, ਉਸ ਦੋਹਰੇ ਦੇ ਅਖੀਰ ਦੇ ਵਿੱਚ ਲਿਖਿਆ ਵੀ ਇੱਥੇ ਰਮਾਇਣ ਹੈ ਜਿਹੜੀ ਉਹ ਪੂਰੀ ਹੋਈ, ਅਤੇ ਉਹ ਸਕਰੀਨਸ਼ਾਟ ਵੀ ਮੈਂ ਆਪਣੀ ਆਈਡੀ ਦੇ ਉੱਪਰ ਪਾਇਆ ਹੋਇਆ, ਉਹ ਤੁਸੀਂ ਦੇਖ ਸਕਦੇ ਹੋ ਨਾ। ਅਤੇ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਅਤੇ ਕਲੀਅਰ ਹੋਣਾ ਬੜਾ ਜ਼ਰੂਰੀ ਹੈ। ਅਤੇ ਸਾਨੂੰ ਧਰਮ ਦੇ ਵਿੱਚ ਉਲਝਾਅ ਇਸੇ ਕਰਕੇ ਪੈਦਾ ਹੋ ਗਏ ਕਿਉਂਕਿ ਸਵਾਲ ਕਰਨ ਦਾ ਹੱਕ ਖੋਲ੍ਹਿਆ ਅਸੀਂ ਆਮ ਲੋਕਾਂ ਦੇ ਕੋਲੋਂ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਸਿੱਧਾਂ ਨੂੰ ਸਵਾਲ ਕਰੋ ਤੁਸੀਂ, ਮੈਂ ਤੁਹਾਡੇ ਜਵਾਬ ਦਿੰਦਾ। ਜੋਗੀਆਂ ਕੋਲ ਗਏ ਤਾਂ ਜੋਗੀਆਂ ਨੂੰ ਕਿਹਾ ਸਵਾਲ ਕਰੋ, ਤੁਹਾਡੇ ਸਵਾਲਾਂ ਦੇ ਜਵਾਬ ਮੈਂ ਦੇਣ ਲਈ ਤਿਆਰ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਵੇਕ ਦੇ ਉੱਪਰ ਖਲੋਤੀ ਹੈ, ਅਤੇ ਹਰ ਇੱਕ ਸਵਾਲ ਦਾ ਜਵਾਬ ਸਾਨੂੰ ਦਰ ਬਰ ਦਰ ਦੇ ਰਹੀ ਹੈ, ਅਤੇ ਹਰ ਇੱਕ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦਾ ਹੈ। ਅਤੇ ਉਸ ਤੋਂ ਅੱਗੇ ਤੁਰ ਕੇ ਕਿ ਅਸੀਂ ਵਿਕਸਿਤ ਸਮਾਜ ਦਾ ਇੱਕ ਢਾਂਚਾ ਖੜ੍ਹਾ ਕਰੀਏ, ਤਾਂ ਉੱਥੇ ਸਾਰਿਆਂ ਦੇ ਜਿਹੜੇ ਮਾਈਂਡ ਨੇ, ਜੋ ਦਿਮਾਗ ਨੇ, ਉਹ ਬੜੇ ਕਲੀਅਰ ਹੋ ਜਾਣਗੇ, ਬੜੇ ਸਪਸ਼ਟ ਹੋ ਜਾਣਗੇ, ਅਤੇ ਸਪਸ਼ਟ ਦਿਮਾਗ ਦੇ ਵਿੱਚੋਂ ਜਿਹੜੇ ਡਿਸੀਜ਼ਨ ਨੇ, ਜਿਹੜੇ ਫੈਸਲੇ ਨੇ, ਉਹ ਵੀ ਬੜੇ ਸਹੀ ਨਿਕਲਣੇ ਹੈ। ਸੋ ਇੱਥੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਗ੍ਰੰਥਾਂ ਦੇ ਵਿੱਚ ਜੋ ਕੁਝ ਹੈ, ਅਤੇ ਉਹ ਇੱਕ ਬੇਸ ਬਣ ਜਾਂਦਾ ਹੈ ਉਹਨਾਂ ਲੀਡਰਾਂ ਨੂੰ, ਉਹਨਾਂ ਜਥੇਦਾਰਾਂ ਨੂੰ ਗੱਲ ਕਹਿਣ ਦੇ ਲਈ, ਜੋ ਕਿ ਕੌਮ ਦੇ ਅੰਦਰੋਂ ਅੰਦਰ ਹੀ ਘੁਣ ਵਾਂਗ ਜਿਹੜੇ ਖਾ ਰਹੇ ਨੇ। ਸੋ ਇਸ ਕਰਕੇ ਸਾਨੂੰ ਇਹ ਵਿਚਾਰਨਾ ਪੈਣਾ, ਇਹ ਸਮਝਣਾ ਪੈਣਾ ਕਿ ਮਾਈਂਡ ਦਾ ਕਲੀਅਰ ਹੋਣਾ ਬੜਾ ਜ਼ਰੂਰੀ ਹੈ। ਮਾਈਂਡ ਕਲੀਅਰ ਹੋਏਗਾ, ਸੋਚ ਸਪਸ਼ਟ ਹੋਏਗੀ, ਤਾਂ ਸੋਚ ਸਪਸ਼ਟ ਹੋਣ ਦੇ ਨਾਲ ਫਿਰ ਜਿਹੜੇ ਸਾਡੇ ਡਿਸੀਜ਼ਨ ਨੇ, ਸਾਡੇ ਫੈਸਲੇ ਨੇ, ਉਹ ਵੀ ਬੜੇ ਸਹੀ ਹੋ ਜਾਣੇ ਹੈ। ਸੋ ਦੂਜੀ ਗੱਲ ਇਹ ਹੈ ਕਿ ਸਾਡੇ ਤੋਂ ਧਾਰਮਿਕ ਢਾਂਚੇ ਨੇ ਅੱਜ ਸਵਾਲ ਕਰਨ ਦਾ ਹੱਕ ਹੈ ਜਿਹੜਾ ਖੋਹ ਲਿਆ। ਜਿੱਥੇ ਵੀ ਧਰਮ ਦੀ ਗੱਲ ਹੁੰਦੀ ਹੈ ਕਹਿੰਦੇ ਸਵਾਲ ਨਾ ਕਰੋ ਜੀ ਬਸ। ਅਤੇ ਸੱਚ ਇਹ ਹੈ ਵੀ ਸਵਾਲਾਂ ਤੋਂ ਬਿਨਾਂ ਕੁਝ ਸਿੱਖਿਆ ਨਹੀਂ ਜਾ ਸਕਦਾ। ਅੱਜ ਧਾਰਮਿਕ ਢਾਂਚਾ ਅਸਾਰੂ ਕਿਉਂ ਨਹੀਂ ਹੋ ਰਿਹਾ? ਕਿਉਂਕਿ ਸਵਾਲ ਕਰਨ 'ਤੇ ਪਾਬੰਦੀ ਹੈ। ਕਿਸੇ ਬਾਬੇ ਦੇ ਮੂਹਰੇ ਕਿਵੇਂ ਬੋਲ ਪਾਓਗੇ, ਕਿਸੇ ਰਾਗੀ ਦੇ, ਕਿਸੇ ਪ੍ਰਚਾਰਕ ਦੇ ਮੂਹਰੇ ਕਿਵੇਂ ਬੋਲ ਪਾਓਗੇ? ਸੋ ਇਸ ਕਰਕੇ ਇਹ ਜਿਹੜਾ ਸਵਾਲਾਂ ਤੋਂ ਅਸੀਂ ਹੱਕ ਖੋਲ੍ਹਿਆ ਨਾ ਆਮ ਜਨਤਾ ਦਾ, ਇਸੇ ਕਰਕੇ ਜਿਹੜੀ ਸਾਡੀ ਅੱਜ ਦੀ ਨੌਜਵਾਨੀ ਹੈ ਉਹ ਇਸ ਧਾਰਮਿਕ ਢਾਂਚੇ ਤੋਂ ਪਿਛਾਂਹ ਹਟ ਗਈ।
ਉਹਨਾਂ ਨੇ ਗੁਰਦੁਆਰਿਆਂ ਦੇ ਨਾਲੋਂ ਆਪਣੇ ਆਪ ਨੂੰ ਤੋੜ ਕੇ ਵੱਖਰਾ ਕਰ ਲਿਆ, ਕਿਉਂਕਿ ਅਸੀਂ ਹੱਕ ਖੋਹ ਲਿਆ ਉਹਨਾਂ ਦਾ। ਤੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਦੇ ਅੰਦਰ ਪਹਿਲ ਦਿੱਤੀ ਜਾਂਦੀ ਹੈ, ਜੋ ਸਵਾਲ ਕਰਦਾ ਹੈ ਉਹ ਇੰਟੈਲੀਜੈਂਟ ਹੈ, ਜਿਹਦੇ ਅੰਦਰ ਸਵਾਲ, ਕਿਉਂਕਿ ਇੰਟੈਲੀਜੈਂਟ ਜਿਹੜਾ ਮਾਈਂਡ ਹੈ ਉਹਦੀ ਨਿਸ਼ਾਨੀ ਇਹ ਹੈ ਕਿ ਉਹਦੇ ਅੰਦਰ ਸਵਾਲ ਪੈਦਾ ਹੋਣੇ ਹੈ। ਸੋ ਉਹਨਾਂ ਸਵਾਲਾਂ ਦੇ ਜਵਾਬ ਸਾਨੂੰ ਦੇਣੇ ਪੈਣੇ ਨੇ ਜੇ ਅਸੀਂ ਧਰਮ ਦੇ ਅੰਦਰ ਕੁਝ ਨਾ ਕੁਝ ਵਿਕਸਿਤ ਉਸਾਰਨਾ ਚਾਹੁੰਦੇ ਹਾਂ, ਜੇ ਅਸੀਂ ਧਰਮ ਦੇ ਅੰਦਰ ਅਕਲ ਦੀ, ਸਮਝ ਦੀ, ਗਿਆਨ ਦੀ ਗੱਲ ਕਰਨਾ ਚਾਹੁੰਦੇ ਹਾਂ। ਕਿਉਂਕਿ ਸਾਡੇ ਬਾਬੇ ਨੇ ਤਾਂ ਇਹੋ ਸਾਨੂੰ ਸਿਖਾਇਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਕਿ ਜਦੋਂ ਅਸੀਂ ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ, ਭਾਵ ਜੋ ਪੀੜ੍ਹੀ ਦਰ ਪੀੜ੍ਹੀ ਸਾਡਾ ਦਿਮਾਗ, ਪੀੜ੍ਹੀ ਦਰ ਪੀੜ੍ਹੀ ਜੋ ਸਾਨੂੰ ਗਿਆਨ ਜਾਣਕਾਰੀ ਮਿਲੀ ਹੈ, ਉਹਨੂੰ ਐਕਸਪਲੇਨ ਕਰਕੇ, ਖੋਲ੍ਹ ਕੇ ਜਦੋਂ ਪ੍ਰੈਕਟੀਕਲੀ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਵਾਂਗੇ, ਫਿਰ ਕਾਫੀ ਕੁਝ ਹੈ ਜਿਹੜਾ ਉਹ ਕਲੀਅਰ ਹੋ ਜਾਂਦਾ, ਸਪਸ਼ਟ ਹੋ ਜਾਂਦਾ ਹੈ। ਸੋ ਇਹੋ ਮੇਰੀ ਬੇਨਤੀ ਹੈ ਅਖੀਰ ਦੇ ਵਿੱਚ ਕਿ ਸਭ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਮੰਨੀਏ। ਸਾਰੇ ਰਹਿਤਨਾਮੇ, ਸਾਰਾ ਜੋ ਇਤਿਹਾਸਕ ਗ੍ਰੰਥ ਨੇ ਸਾਡੇ ਕੋਲ, ਜੋ ਕੁਝ ਵੀ ਸਾਡੇ ਕੋਲ ਮਟੀਰੀਅਲ ਹੈ, ਉਹ ਸਭ ਕੁਝ ਇੱਕ ਪਾਸੇ ਰੱਖ ਦਈਏ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਮੰਨਦੇ ਹੋਏ ਜੋ ਅੱਗੇ ਅੱਜ ਦਾ ਗਿਆਨ ਹੈ ਇਹਨੂੰ ਸਮਝਿਓ, ਵਿਚਾਰਿਓ। ਕਿਉਂਕਿ ਬਹੁਤ ਵਾਰ ਨਾ ਪ੍ਰਚਾਰਕ ਇੱਦਾਂ ਦੀ ਗੱਲ ਵੀ ਕੀਤੀ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਭ ਕੁਝ ਉਜਾੜ ਹੈ, ਮਤਲਬ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਸਿੱਖ ਨੇ ਜਾਣਾ, ਅੱਗੇ ਨਹੀਂ ਜਾ ਸਕਦਾ। ਤਾਂ ਇਹ ਗੱਲਾਂ ਵੀ ਸਾਨੂੰ ਕਰਨੀਆਂ ਸੋਭਦੀਆਂ ਨਹੀਂ, ਕਿਉਂਕਿ ਜੇ ਆਪਾਂ ਵਿਗਿਆਨਕ ਦ੍ਰਿਸ਼ਟੀਕੋਣ ਦੇਖੀਏ ਨਾ, ਸਾਇੰਸ ਦੇ ਵਿੱਚ ਜੋ ਖੋਜਾਂ ਹੋਈਆਂ ਉਹ ਖੋਜ ਉੱਥੇ ਹੀ ਨਹੀਂ ਖੜੀ ਰਹੀ। ਐਡੀਸਨ ਨੇ ਬਲਬ ਬਣਾਇਆ ਤਾਂ ਉਹ ਬਲਬ ਅੱਜ ਉੱਥੇ ਹੀ ਥੋੜ੍ਹਾ ਖਲੋਤਾ ਹੋਇਆ, ਬਲਬ ਤੋਂ ਅੱਗੇ LED ਬਣੀ, LED ਤੋਂ ਅੱਗੇ ਟਿਊਬ ਲਾਈਟਾਂ ਬਣ ਗਈਆਂ, ਹੋਰ ਅਜੇ ਵੀ ਇਹਦੇ ਅੰਦਰ ਅੱਗੇ ਨਵਾਂ ਜਿਹੜਾ ਉਹ ਸਾਡੇ ਸਾਹਮਣੇ ਆ ਰਿਹਾ ਹੈ। ਖੋਜ ਇੱਕ ਨੇ ਕੀਤੀ ਤੇ ਉਸ ਖੋਜ ਨੂੰ ਅਪ ਟੂ ਡੇਟ ਹੁੰਦਾ ਅਸੀਂ ਅੱਜ ਦੇਖ ਰਹੇ ਹਾਂ। ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਨੇ ਜਿਹੜੇ 9ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੱਕ ਦੇ, ਉਹ ਉਸਾਰੂ ਜਿਹੜੇ ਸ਼ਬਦ ਨੇ, ਉਸਾਰੂ ਸੋਚ ਹੈ, ਵਿਚਾਰ ਹੈ, ਉਹ ਸਾਨੂੰ 35 ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ ਹੈ, ਦਿੱਤੀ ਹੈ, ਸੌਂਪੀ ਹੈ ਸਾਨੂੰ। ਵੀ ਜਿੱਦਾਂ ਅਸੀਂ ਉਸ ਜ਼ਮਾਨੇ ਦੇ ਵਿੱਚ ਸੋਚਿਆ ਸੀ, ਆਪਣੇ ਸਮਿਆਂ ਦੇ ਵਿੱਚ ਸੋਚ ਕੇ ਉਸ ਸਮੇਂ ਦੇ ਧਾਰਮਿਕ ਠੇਕੇਦਾਰਾਂ ਨੂੰ ਤੇ ਉਸ ਸਮੇਂ ਦੇ ਰਾਜਨੀਤਿਕ ਠੇਕੇਦਾਰਾਂ ਨੂੰ ਅਸੀਂ ਸਵਾਲ ਕਰਨ ਦੇ ਹਾਮੀ ਬਣੇ ਸੀ। ਉਸੇ ਤਰ੍ਹਾਂ ਅੱਜ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬੇਸ 'ਤੇ ਇਸ ਗਿਆਨ ਨੂੰ ਅੱਗੇ ਵਧਾਉਂਦੇ ਹੋਏ, ਤੇ ਉਹ ਗਿਆਨ ਹੈ ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ ਨਾ, ਉਹ ਅਸੀਮਤ ਹੈ, ਅਨਲਿਮਟਡ ਹੈ। ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਜੇ ਸਾਰੀ ਪ੍ਰਕਿਰਤੀ ਦੇ ਅੰਦਰ ਜੋ ਧਰਤੀ ਹੈ, ਧਰਤੀ ਦਾ ਮੈਂ ਕਾਗਜ਼ ਬਣਾ ਲਵਾਂ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਵਾਂ, ਫਿਰ ਵੀ ਮੈਂ ਤੇਰੀ ਮਹਿਮਾ ਨਹੀਂ ਲਿਖ ਸਕਦਾ, ਤੇਰੀ ਉਪਮਾ ਨਹੀਂ ਲਿਖ ਸਕਦਾ, ਤੇਰੀ ਵਡਿਆਈ ਨਹੀਂ ਲਿਖ ਸਕਦਾ। ਤਾਂ ਉਹ ਕਿਹੜਾ ਗਿਆਨ ਹੈ ਜਿਹਨੂੰ ਲਿਖਣ ਦੇ ਲਈ ਕਾਗਜ਼ ਘੱਟ ਪੈ ਜਾਂਦਾ ਹੈ, ਜਿਹਨੂੰ ਲਿਖਣ ਦੇ ਲਈ ਸਾਰੀ ਬਨਸਪਤੀ ਦੀਆਂ ਕਲਮਾਂ ਵੀ ਘੱਟ ਪੈ ਜਾਂਦੀਆਂ? ਉਹ ਹੈ ਇਸ ਕੁਦਰਤ ਦਾ, ਇਸ ਰੱਬ ਦਾ ਗਿਆਨ, ਜਿਹਦੇ ਐਂਡ ਤੱਕ ਪਹੁੰਚਿਆ ਨਹੀਂ ਜਾ ਸਕਦਾ, ਜਿਹਦੇ ਅਖੀਰ ਤੱਕ, ਮਤਲਬ ਫਾਈਨਲ ਅਥਾਰਟੀ ਜਿਹਨੂੰ ਦਿੱਤੀ ਨਹੀਂ ਜਾ ਸਕਦੀ ਵੀ ਬਸ ਜੋ ਕਹਿ ਦਿੱਤਾ ਮੈਂ ਇੱਥੇ ਤੱਕ ਓਕੇ ਹੈ। ਤੇ ਇਹ ਕਦੇ ਜ਼ਿੰਦਗੀ 'ਚ ਹੁੰਦਾ ਵੀ ਨਹੀਂ, ਕਿਉਂਕਿ ਸਮਾਜ ਬਦਲ ਰਿਹਾ ਹੈ, ਸਮਾਜ ਨੂੰ ਪਰਿਵਰਤਨ ਦੀ ਲੋੜ ਹੈ। ਹਰ ਸਦੀ ਦੂਜੀ ਸਦੀ ਦੇ ਨਾਲੋਂ ਤਾਕਤਵਰ ਹੁੰਦੀ ਹੈ, ਹਰ ਇੱਕ ਸਦੀ ਦੂਜੀ ਸਦੀ ਦੇ ਨਾਲੋਂ ਇੰਟੈਲੀਜੈਂਟ ਹੁੰਦੀ ਹੈ, ਅੱਗੇ ਵੱਧਦੀ ਹੈ। ਤੇ ਪੀੜ੍ਹੀ ਦਰ ਪੀੜ੍ਹੀ ਇਹ ਵਿਕਾਸ ਹੁੰਦਾ ਹੈ ਜਿਹੜਾ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਤੇ ਸਾਡੇ ਗੁਰੂਆਂ ਨੇ, ਸਾਡੇ ਪਾਤਸ਼ਾਹਾਂ ਨੇ ਰੋਕਿਆ ਨਹੀਂ ਸੀ। ਉਹਨਾਂ ਨੇ ਸਮਾਜ ਨੂੰ ਉਸਾਰੂ ਢਾਂਚਾ ਦੇ ਕੇ ਅੱਗੇ ਤੋਰਿਆ ਸੀ ਲੋਕਾਂ ਨੂੰ। ਤੁਸੀਂ ਗਿਆਨ ਲੈਣਾ ਚਾਹੁੰਦੇ ਹੋ, ਤੁਸੀਂ ਸਮਝ ਦੇ ਨਾਲ, ਅਕਲ ਦੇ ਨਾਲ ਅੱਗੇ ਵਧਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਢਾਲ ਬਣ ਕੇ ਖਲੋਤੇ ਹਾਂ। ਤੁਹਾਡੇ ਲਈ ਜ਼ਾਲਮ ਕੁਝ ਨਹੀਂ ਕਰ ਸਕਦੇ, ਤੁਹਾਡੇ ਲਈ ਪਖੰਡੀ ਨੇ ਜਿਹੜੇ, ਉਹਨਾਂ ਦਾ ਅਸੀਂ ਰਾਹ ਰੋਕਾਂਗੇ। ਤੁਸੀਂ ਗਿਆਨ ਦੇ ਰਾਹ 'ਤੇ ਚੱਲੋ, ਤੁਸੀਂ ਸ਼ਬਦ ਗੁਰੂ ਦੇ ਰਾਹ ਦੇ ਉੱਪਰ ਚੱਲੋ, ਤੁਸੀਂ ਡਿਸਕਸ ਦੇ ਵਿਚਾਰਾਂ ਦੇ ਆਦਾਨ ਪ੍ਰਦਾਨ ਦੇ ਰਸਤੇ ਦੇ ਉੱਪਰ ਚੱਲੋ। ਤੇ ਗੁਰੂ ਬਾਬੇ ਨੇ ਸਾਨੂੰ ਇਸ ਰਸਤੇ 'ਤੇ ਲਾਇਆ ਸੀ। ਤੇ ਅੱਜ ਸੋਚਣਾ ਅਸੀਂ ਹੈ ਜਿਹੜੇ ਸਵਾਲ ਕਰਨ ਦਾ ਹੱਕ ਨਹੀਂ ਦਿੰਦੇ ਸਾਡੇ ਨੌਜਵਾਨਾਂ ਨੂੰ। ਸੋ ਜ਼ਰੂਰੀ ਹੈ ਕਿ ਧਰਮ ਦੇ ਅੰਦਰ ਅਸੀਂ ਪਹਿਲ ਕਰੀਏ ਕਿ ਹਾਂ ਭਾਈ ਤੁਸੀਂ ਸਵਾਲ ਕਰ ਸਕਦੇ ਹੋ, ਸਵਾਲ ਰੱਖ ਸਕਦੇ ਹੋ। ਸੋ ਸਵਾਲ ਆਪਣੇ ਰੱਖੇ ਜਾਣ ਤਾਂ ਜੋ ਇਨਸਾਨ ਧਾਰਮਿਕ ਵਿੱਦਿਆ ਲੈਣਾ ਚਾਹੁੰਦਾ, ਜੋ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਣਾ ਚਾਹੁੰਦਾ ਹੈ, ਉਹ ਪੂਰਾ ਅੰਦਰ ਤੋਂ ਬਿਨਾਂ ਸੰਗ ਸ਼ਰਮ ਦੇ, ਬਿਨਾਂ ਝਿਜਕ ਦੇ ਸਿੱਖ ਸਕੇ।
ਤੇ ਅੱਜ ਤਾਂ ਮਾफ़ ਕਰਿਓ, ਜਿਹੜੇ ਵੀਰ ਮੋਨੇ ਆ ਨਾ, ਜਿਨ੍ਹਾਂ ਦੇ ਕੇਸ ਕਤਲ ਕੀਤੇ, ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਲੱਗਿਆਂ ਵੀ ਝਿਜਕਦੇ ਆ ਅਜੇ ਤੱਕ ਪਿੰਡਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਅੰਦਰ ਡਰ ਇੱਦਾਂ ਪਾ ਦਿੱਤਾ, ਤੁਹਾਡੇ ਕੇਸ ਕੱਟੇ ਨੇ, ਤੁਸੀਂ ਨਹੀਂ ਬਾਣੀ ਪੜ੍ਹ ਸਕਦੇ, ਤੁਸੀਂ ਤਾਬਿਆਂ ਨਹੀਂ ਬੈਠ ਸਕਦੇ, ਤੁਸੀਂ ਗੁਰਦੁਆਰੇ ਜਾਓਗੇ ਤਾਂ ਇੱਦਾਂ ਬੜੇ ਤਰ੍ਹਾਂ ਦੇ ਡਰ ਨੇ ਜਿਹੜੇ ਉਹਨਾਂ ਦੇ ਅੰਦਰ ਪਾ ਦਿੱਤੇ ਗਏ, ਉਹਨਾਂ ਦੇ ਮਾਈਂਡ ਦੇ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ ਪਾ ਦਿੱਤੀਆਂ ਇਹ ਗੱਲਾਂ। ਤੇ ਉਹ ਬੰਦਾ ਕਹਿੰਦਾ ਅਸੀਂ ਧਾਰਮਿਕ ਹੋਣਾ ਹੀ ਨਹੀਂ, ਅਸੀਂ ਤੁਹਾਡੇ ਧਾਰਮਿਕ ਢਾਂਚੇ ਤੋਂ ਦੂਰ ਰਹਿ ਕੇ ਹੀ ਠੀਕ ਹਾਂ। ਸੋ ਇਸ ਕਰਕੇ ਸਵਾਲ ਕਰਨ ਦਾ ਹੱਕ ਨਾ ਖੋਇਓ, ਹਰ ਇੱਕ ਨੂੰ ਅਧਿਕਾਰ ਦਈਏ, ਹਰ ਇੱਕ ਨੂੰ ਅਸੀਂ ਇੱਕ ਹੱਕ ਦਈਏ ਵੀ ਭਾਈ ਤੁਸੀਂ ਸਵਾਲ ਕਰ ਸਕਦੇ ਹੋ। ਸੋ ਇਸ ਕਰਕੇ ਫਿਰ ਹੀ ਅਸੀਂ ਧਾਰਮਿਕ ਢਾਂਚੇ ਨੂੰ ਅੱਗੇ ਵਿਕਸਿਤ ਕਰ ਸਕਦੇ ਹਾਂ। ਬਾਬੇ ਨਾਨਕ ਦਾ ਕਰਤਾਰਪੁਰ ਦੇ ਵਿੱਚ ਧਰਮਸ਼ਾਲਾ ਸਥਾਪਿਤ ਕਰਨਾ, ਉਹ ਇਹੀ ਸੀ ਕਿ ਆਓ ਭਾਈ ਇੱਥੇ ਬੈਠ ਕੇ ਆਪਾਂ ਸਮਾਜ ਨੂੰ ਉਸਾਰੂ ਕਰਨ ਦੇ ਲਈ, ਜੋ ਰੁਕਾਵਟਾਂ ਨੇ ਉਹਨਾਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ, ਜੋ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਬੈਠ ਕੇ ਚਿੰਤਨ ਕਰੀਏ। ਸਾਡੇ ਆਤਮ ਚਿੰਤਨ ਦੇ ਵਿੱਚੋਂ ਕੁਝ ਨਾ ਕੁਝ ਉਸਾਰੂ ਸੋਚ ਨਿਕਲੇ, ਜਿਸ ਸੋਚ ਦੇ ਨਾਲ ਅਸੀਂ ਹਰ ਇੱਕ ਦੇ ਅੰਦਰ ਨੂੰ ਬਦਲ ਸਕੀਏ। ਤੇ ਜਦੋਂ ਹਰ ਇੱਕ ਦਾ ਅੰਦਰ ਬਦਲਿਆ ਗਿਆ ਤਾਂ ਸਮਾਜ ਹੈ ਜਿਹੜਾ ਉਹ ਬੜਾ ਚੰਗਾ ਬਣ ਜਾਣਾ ਹੈ, ਬੜਾ ਸੋਹਣਾ ਬਣ ਜਾਣਾ ਹੈ। ਜਿਹਨੂੰ ਸਤਿਗੁਰੂ ਨੇ ਆਖਿਆ ਬੇਗਮਪੁਰਾ ਸ਼ਹਿਰ ਕੋ ਨਾਉ, ਜਿੱਥੇ ਕੋਈ ਦੁਖੀ ਨਹੀਂ ਹੋਣਾ। ਸੋ ਇਹ ਗੱਲਾਂ ਨੇ ਜਿਹੜੀਆਂ ਇਹ ਸਾਨੂੰ ਵਿਚਾਰਨੀਆਂ ਪੈਣੀਆਂ ਨੇ ਜੇ ਅਸੀਂ ਧਾਰਮਿਕ ਢਾਂਚੇ 'ਚ ਕਲੈਰਿਟੀ ਚਾਹੁੰਦੇ ਹਾਂ, ਜੇ ਧਾਰਮਿਕ ਢਾਂਚੇ ਦੇ ਅੰਦਰ ਅਸੀਂ ਸਪਸ਼ਟਤਾ ਚਾਹੁੰਦੇ ਹਾਂ। ਸੋ ਇਸ ਕਰਕੇ ਹਰ ਇੱਕ ਪ੍ਰਚਾਰਕ ਨੂੰ, ਹਰ ਇੱਕ ਕਥਾਵਾਚਕ ਨੂੰ ਸੁਣਨ ਤੋਂ ਪਹਿਲਾਂ ਜਿਹੜਾ ਸਾਡਾ ਮਾਈਂਡ ਹੈ ਉਹ ਕਲੀਅਰ ਹੋਣਾ ਚਾਹੀਦਾ, ਸਾਡਾ ਦਿਮਾਗ ਕਲੀਅਰ ਹੋਣਾ ਚਾਹੀਦਾ, ਸੋਚ ਸਪਸ਼ਟ ਹੋਏਗੀ ਤਾਂ ਹਰ ਇੱਕ ਗੱਲ ਹੈ ਜਿਹੜੀ ਸਾਨੂੰ ਕਲੈਰਿਟੀ ਦੇ ਨਾਲ, ਸਪਸ਼ਟਤਾ ਦੇ ਨਾਲ ਪਤਾ ਲੱਗੇਗੀ ਕਿ ਹਾਂ ਭਾਈ ਇਹਨੇ ਆਹ ਸੱਚ ਕਿਹਾ ਤੇ ਆਹ ਝੂਠ ਹੈ, ਆਹ ਸਹੀ ਹੈ ਤੇ ਆਹ ਗਲਤ ਹੈ, ਪਤਾ ਲੱਗ ਜਾਣਾ ਹੈ। ਸੋ ਆਪਾਂ ਬੱਚਿਆਂ ਨੂੰ ਵੀ ਦੇਖਦੇ ਹੀ ਹਾਂ ਨਾ, ਬੱਚਿਆਂ ਦੇ ਅੰਦਰ ਤੇ ਜਿਹੜਾ ਬੱਚੇ ਪਤਾ ਨਹੀਂ ਉਹਨੂੰ ਵੀ ਮੈਂ ਹਿੰਦੂ ਹਾਂ, ਸਿੱਖ ਹਾਂ, ਮੈਂ ਮੁਸਲਮਾਨ ਹਾਂ, ਨਹੀਂ ਪਤਾ। ਛੋਟਾ ਜਿਹਾ ਬੱਚਾ 3-4 ਸਾਲ ਦਾ ਜਦੋਂ ਹੁੰਦਾ ਨਾ, ਜਦੋਂ 2 ਸਾਲ ਦਾ ਬੋਲਣ ਲੱਗਦਾ ਤਾਂ ਉਹਦੇ ਮਾਈਂਡ ਦੇ ਵਿੱਚੋਂ ਵੀ ਸਵਾਲ ਨਿਕਲਣੇ ਸ਼ੁਰੂ ਹੋ ਜਾਂਦੇ ਆ। ਉਹ ਬੱਚਾ ਜਿਉਂ ਸਾਲ ਸਟੈਪ ਬਾਏ ਸਟੈਪ ਅੱਗੇ ਵੱਧਦਾ ਜ਼ਿੰਦਗੀ ਦੇ ਅੰਦਰ, ਉਹਦੇ ਸਵਾਲ ਨੇ, ਬੇਬੇ ਆਹ ਕੀ ਹੈ, ਬਾਪੂ ਆਹ ਕੀ ਹੈ, ਬੇਬੇ ਨੂੰ ਪੁੱਛਦਾ, ਪਰਿਵਾਰਕ ਮੈਂਬਰਾਂ ਨੂੰ ਪੁੱਛਦਾ ਹੈ। ਤੇ ਜੇਕਰ ਉਹਨਾਂ ਸਵਾਲਾਂ ਦੇ ਉੱਪਰ ਰੋਕ ਲਾ ਦੇਣ ਤਾਂ ਬੱਚੇ ਦਾ ਵਿਕਾਸ ਨਹੀਂ ਹੁੰਦਾ। ਤੇ ਉਸ ਬੱਚੇ ਦਾ ਵਿਕਾਸ ਤਾਂ ਹੋ ਸਕਦਾ ਹੈ ਜੇਕਰ ਉਹਦੇ ਸਵਾਲਾਂ ਦੇ ਜਵਾਬ ਮਾਂ ਦੇ ਰਹੀ ਹੈ, ਬਾਪ ਦੇ ਰਹੇ ਹੈ, ਤਾਂ ਉਹ ਜਦੋਂ ਤੱਕ ਜਵਾਨੀ ਤੱਕ ਜਾਣਾ ਹੈ ਨਾ ਉਹਨੇ, ਤਾਂ ਉਹਦਾ ਅੰਦਰ ਮਾਨਸਿਕ ਤਲ ਹੈ ਜਿਹੜਾ ਬਹੁਤ ਜ਼ਿਆਦਾ ਵਿਕਸਿਤ ਹੋ ਜਾਣਾ ਹੈ। ਤੇ ਅੱਜ ਆਪਾਂ ਦੇਖਦੇ ਹੀ ਹਾਂ ਬੱਚਿਆਂ ਦੇ ਅੰਦਰ ਬਹੁਤ ਬੱਚੇ ਨੇ ਜਿਹੜੇ ਉਹਨਾਂ ਦਾ ਦਿਮਾਗ ਕਿੰਨਾ ਇੰਟੈਲੀਜੈਂਟ ਹੁੰਦਾ, ਕਿਉਂਕਿ ਉਹਨਾਂ ਨੂੰ ਸਵਾਲਾਂ ਦੇ ਜਵਾਬ ਮਿਲਦੇ ਨੇ। ਤੇ ਜਿਨ੍ਹਾਂ ਨੂੰ ਤਾਨਾਸ਼ਾਹੀ ਦੇ ਨਾਲ ਟੋਕਿਆ ਜਾਂਦਾ ਵੀ ਹਾਂ ਬੱਚਾ ਪੁੱਛ ਰਿਹਾ ਕੁਝ ਵੀ ਮੰਮੀ ਆ ਇੱਦਾਂ ਕਿਵੇਂ, ਪਰ ਮਾਂ ਕਹਿ ਰਹੀ ਹੈ ਪੁੱਤ ਤੂੰ ਪੁੱਛ ਨਹੀਂ ਸਕਦਾ, ਤੈਨੂੰ ਅਧਿਕਾਰ ਨਹੀਂ, ਤੈਨੂੰ ਸਵਾਲ ਕਰਨ ਦਾ ਹੱਕ ਨਹੀਂ। ਤਾਂ ਜਦੋਂ ਉੱਥੇ ਹੱਕ ਨਹੀਂ ਦਿੱਤਾ ਜਾਂਦਾ ਤਾਂ ਉਹ ਬੱਚੇ ਦਾ ਜਿਹੜਾ ਦਿਮਾਗ ਹੈ, ਉਹ ਇੰਟੈਲੀਜੈਂਸੀ ਉਹਦੀ ਖਤਮ ਹੋ ਜਾਂਦੀ ਹੈ। ਫਿਰ ਉਹਦੇ 'ਤੇ ਜਿਹੜਾ ਢਾਂਚਾ ਉਸਰਦਾ ਹੈ ਉਹ ਬੜਾ ਚੰਗਾ ਨਹੀਂ ਹੁੰਦਾ, ਬੜਾ ਫੇਲ ਹੁੰਦਾ ਹੈ। ਤਾਨਾਸ਼ਾਹੀਆਂ ਪਰਿਵਾਰ ਦੇ ਵਿੱਚ ਨੇ ਜਿਹੜੀਆਂ ਉਹ ਅਸੀਂ ਬੰਦ ਕਰੀਏ, ਆਪਣੇ ਬੱਚਿਆਂ ਨੂੰ ਖੁੱਲ੍ਹ ਦਈਏ ਇੰਨੀ ਕਿ ਹਾਂ ਜਦੋਂ ਖੁੱਲ੍ਹ ਦੇਵਾਂਗੇ ਤਾਂ ਉਹ ਗਲਤੀ ਕਰਨ ਅਤੇ ਉਸ ਗਲਤੀ ਦੀ ਜ਼ਿੰਮੇਵਾਰੀ ਨੂੰ ਵੀ ਕਬੂਲਣਾ ਉਹਨਾਂ ਨੂੰ ਆਉਂਦਾ ਹੋਵੇ ਕਿ ਮੈਂ ਗਲਤ ਕੀਤਾ ਤਾਂ ਮੈਂ ਤਾਂ ਜ਼ਿੰਮੇਵਾਰ ਹਾਂ। ਸੋ ਇਹਨਾਂ ਗੱਲਾਂ ਨੂੰ ਆਪਾਂ ਇੱਥੇ ਹੀ ਸਮੇਟਦੇ ਹਾਂ ਜੀ। ਅਤੇ ਇਹ ਗੱਲਾਂ ਨੇ ਜਿਹੜੀਆਂ ਬੜੀਆਂ ਜ਼ਰੂਰੀ ਨੇ ਧਾਰਮਿਕ ਢਾਂਚੇ ਦੇ ਅੰਦਰ ਸਪਸ਼ਟਤਾ ਲਿਆਉਣ ਦੇ ਲਈ। ਸੋ ਇਸ ਕਰਕੇ ਛੋਟਾ ਬੱਚਾ ਜਿਹੜਾ ਉਹ ਸਿੱਖਣ ਲੱਗ ਜਾਂਦਾ ਅਤੇ ਜਦੋਂ ਉਹਦੇ ਸਵਾਲਾਂ ਦੇ ਜਵਾਬ ਮਿਲਦੇ ਨੇ ਤਾਂ ਇੰਟੈਲੀਜੈਂਟ ਦਿਮਾਗ ਹੈ ਜਿਹੜਾ ਇੱਕ ਦੁਨੀਆ ਦੇ ਅੰਦਰ ਆ ਜਾਂਦਾ ਹੈ। ਪਰ ਸਾਡੇ ਡੈਡ ਦਿਮਾਗ ਅੱਜ ਕਿਉਂ ਹੋ ਗਏ? ਕਿਉਂਕਿ ਬਹੁਤੇ ਧਾਰਮਿਕ ਢਾਂਚਿਆਂ ਨੇ ਅਤੇ ਬਹੁਤੇ ਐਜੂਕੇਸ਼ਨ ਦੇ ਜਿਹੜੇ ਢਾਂਚੇ ਆ ਉਹਨਾਂ ਨੇ ਵੀ ਸਾਨੂੰ ਸਵਾਲ ਕਰਨ ਦੇ ਅਧਿਕਾਰ ਨਹੀਂ ਦਿੱਤੇ। ਸੋ ਸਵਾਲਾਂ ਦੇ ਵਿੱਚੋਂ ਵਿਕਾਸ ਨਿਕਲਣਾ ਸੀ ਅਤੇ ਉਹ ਵਿਕਾਸ ਨਹੀਂ ਨਿਕਲਿਆ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਵਾਰ-ਵਾਰ ਆਖਦੀ ਹੈ ਵੀ ਹਾਂ ਗਿਆਨ ਤੋਂ ਬਿਨਾਂ ਬਹੁਤ ਸਿਆਣੇ ਨੇ ਜਿਹੜੇ ਉਹ ਵੀ ਡੁੱਬ ਜਾਂਦੇ ਨੇ। ਸੋ ਇਸ ਕਰਕੇ ਅਸੀਂ ਡੁੱਬਣਾ ਨਹੀਂ। ਦੇਖੋ ਫੋਰਨ ਕੰਟਰੀ ਦੇ ਵਿੱਚ ਜੇ ਅੰਗਰੇਜ਼ ਤਰ ਸਕਦੇ ਨੇ ਤਾਂ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਤਰ ਸਕਦੇ ਨੇ ਭਾਵ ਉਹ ਵਿਕਸਿਤ ਢਾਂਚਾ ਦੇ ਸਕਦੇ ਨੇ, ਉਹਨਾਂ ਦੇ ਕਾਨੂੰਨ ਬੜੇ ਵਧੀਆ ਨੇ, ਉਹਨਾਂ ਦਾ ਸਿਸਟਮ ਬੜਾ ਵਧੀਆ, ਉਹਨਾਂ ਦਾ ਐਜੂਕੇਸ਼ਨ ਸਿਸਟਮ ਬੜਾ ਵਧੀਆ, ਉਹਨਾਂ ਦਾ ਮੈਡੀਕਲ ਢਾਂਚਾ ਬੜਾ ਵਧੀਆ। ਉਹ ਇੰਨੇ ਵਧੀਆ ਢਾਂਚੇ ਸਥਾਪਿਤ ਕਰ ਲਏ ਅਤੇ ਸਾਡੇ ਕੋਲ ਤਾਂ 35 ਮਹਾਂਪੁਰਖਾਂ ਦੀ ਬਾਣੀ ਹੈ ਅਤੇ ਅਸੀਂ ਉਸ ਨੂੰ ਬੇਸ ਬਣਾ ਕੇ ਸਾਡੇ ਸਮਾਜ ਦਾ ਢਾਂਚਾ ਕਿਉਂ ਨਹੀਂ ਵਧੀਆ ਕਰ ਸਕੇ? ਸਾਡੇ ਸਿੱਖ ਸਮਾਜ ਦਾ ਢਾਂਚਾ ਕਿਉਂ ਨਹੀਂ ਵਧੀਆ ਕਰ ਸਕੇ ਅਸੀਂ? ਸੋ ਇਹ ਸਵਾਲ ਇਸ ਕਰਕੇ ਨੇ ਕਿਉਂਕਿ
ਸਾਨੂੰ ਸਪਸ਼ਟ ਸੋਚ ਦੇ ਧਾਰਨੀ ਹੋਣਾ ਅਜੇ ਤੱਕ ਨਹੀਂ ਆਇਆ। ਸੋ ਇਸ ਕਰਕੇ ਸਭ ਨੂੰ ਸੁਣਨ ਤੋਂ ਬਾਅਦ, ਸਭ ਨੂੰ ਸਮਝਣ ਤੋਂ ਬਾਅਦ ਆਪਣੇ ਆਪ ਨੂੰ ਸਮਝਣ ਦਾ ਤਹਈਆ ਕਰੀਏ, ਆਪਣੇ ਆਪ ਨੂੰ ਸਮਝਣ ਦੀ ਹਿੰਮਤ ਕਰੀਏ ਵੀ ਹਾਂ ਆਹ ਸਹੀ ਹੈ ਅਤੇ ਆਹ ਗਲਤ ਹੈ। ਅਤੇ ਜਦੋਂ ਅਸੀਂ ਆਪਣੇ ਮਾਈਂਡ ਦੀ ਕਸਵੱਟੀ ਦੇ ਉੱਪਰ, ਜਦੋਂ ਰਿਐਲਿਟੀ ਦੀ ਕਸਵੱਟੀ ਦੇ ਉੱਪਰ ਉਸ ਵਿਚਾਰ ਨੂੰ ਪਰਖਾਂਗੇ ਜੋ ਸਾਡੇ ਕੋਲ ਆ ਰਹੇ ਨੇ ਕਿਸੇ ਦੁਆਰਾ, ਤਾਂ ਫਿਰ ਸਾਡੇ ਕੋਲ ਜਿਹੜੇ ਵਿਚਾਰ ਨੇ ਨਾ ਉਹ ਬੜੇ ਨਿਰੋਲ ਹੋਣਗੇ। ਫਿਰ ਅਸੀਂ ਨਿਰਪੱਖ ਹੋ ਕੇ ਕਹਿ ਸਕਦੇ ਹਾਂ ਆਹ ਗੱਲ ਸਹੀ ਹੈ ਅਤੇ ਆਹ ਗੱਲ ਝੂਠ, ਆਹ ਗਲਤ ਹੈ। ਅਤੇ ਕਿਸੇ ਸੰਸਥਾ ਦੇ ਨਾਲ ਚੱਲਣਾ, ਕਿਸੇ ਲਹਿਰ ਦੇ ਨਾਲ ਚੱਲਣਾ, ਇਹ ਨਹੀਂ ਹੁੰਦਾ ਕਿ ਤੁਸੀਂ ਆਪਣੀ ਆਵਾਜ਼ ਨੂੰ ਦਬਾ ਕੇ ਰੱਖੋ। ਠੀਕ ਹੈ, ਜਦੋਂ ਅਸੀਂ ਕਿਸੇ ਕਾਰਜ ਦੇ ਲਈ ਚੱਲਦੇ ਹਾਂ ਤਾਂ ਉਸ ਕਾਰਜ ਦਾ ਜਿਹੜਾ ਖੇਤਰ ਹੈ, ਉਸ ਖੇਤਰ ਦੇ ਵਿੱਚ ਹੈਲਪ ਦੇ ਲਈ, ਮਦਦ ਦੇ ਲਈ ਸਾਨੂੰ ਸੰਸਥਾਵਾਂ ਦਾ, ਸਾਨੂੰ ਲਹਿਰਾਂ ਦਾ ਸਾਥ ਚਾਹੀਦਾ ਹੈ। ਪਰ ਜੇ ਉਹ ਸੰਸਥਾਵਾਂ ਕਹਿੰਦੀਆਂ ਨੇ ਵੀ ਤੁਸੀਂ ਆਪਣੇ ਜਿਹੜੇ ਪਰਸਨਲ ਵਿਚਾਰ ਨੇ ਉਹਨਾਂ ਦਾ ਪ੍ਰਗਟਾਵਾ ਨਹੀਂ ਕਰ ਸਕਦੇ, ਬੋਲ ਨਹੀਂ ਸਕਦੇ ਤੁਸੀਂ, ਤਾਂ ਉਹ ਸੰਸਥਾਵਾਂ ਕਿਤੇ ਨਾ ਕਿਤੇ ਆਪਣਾ ਤਾਨਾਸ਼ਾਹੀ ਜਿਹੜਾ ਰਵੱਈਆ ਉਹ ਅਖਤਿਆਰ ਕਰ ਰਹੀਆਂ ਨੇ। ਅਤੇ ਬਹੁਤ ਵਾਰ ਸਾਡੇ ਸਿੱਖ ਸਮਾਜ ਦੇ ਵਿੱਚ ਇੱਦਾਂ ਹੀ ਹੋਇਆ ਅਤੇ ਜਥੇਬੰਦੀਆਂ ਨੇ, ਧਾਰਮਿਕ ਢਾਂਚਿਆਂ ਨੇ ਕਿਹਾ ਵੀ ਨਹੀਂ, ਜੋ ਕੁਝ ਬੋਲਣਾ ਬਸ ਸਾਡੇ ਲੈਵਲ ਤੱਕ ਬੋਲਣਾ ਹੈ। ਸੋ ਇਸ ਕਰਕੇ ਕਿਸੇ ਦੇ ਉੱਪਰ ਤੁਸੀਂ ਤਾਨਾਸ਼ਾਹ ਰਵੱਈਆ ਨਾ ਅਪਣਾਓ। ਇਸ ਦੇਸ਼ ਦੇ ਕਾਨੂੰਨ ਦੇ ਅੰਦਰ ਹਰ ਇੱਕ ਨੂੰ ਆਪਣੀ ਆਪਣੀ ਗੱਲ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਮਿਲਿਆ ਹੋਇਆ, ਹੱਕ ਮਿਲਿਆ ਹੋਇਆ, ਉਹ ਹੱਕ ਉਹਦੇ ਕੋਲ ਰਹਿਣਾ ਚਾਹੀਦਾ ਹੈ।